ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮੁਖ ਉੱਪਰ ਜੋਤ 4 ਗੁਣਾ ਲੱਸ ਰਹੀ ਹੈ। ਸ਼ਸਤਰਾਂ ਸਹਿਤ ਕਮਰ ਕਸਾ ਕੱਸ ਕੇ ਖੜੇ ਸਨ। ਭਲੀ ਪ੍ਰਕਾਰ ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ ਅਤੇ ਸਾਰਿਆਂ ਨੇ ਗੁਰੂ ਜੀ ਦੇ ਦਰਸ਼ਨ ਕਰਕੇ ਵੱਡਾ ਆਨੰਦ ਪ੍ਰਾਪਤ ਕੀਤਾ। ਕਨਾਤ ਦੇ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਸਨ ਤੇ ਵਿਸ਼ੇਸ਼ ਉਪਦੇਸ਼ ਦੇਣਾ ਚਾਹੁੰਦੇ ਸਨ। ਚਾਰੇ ਪਾਸੇ ਸਾਰੇ ਮਨੁੱਖ ਖੜੇ ਉਚਾਰਨ ਕਰ ਰਹੇ ਸਨ, ਧੰਨ ਧੰਨ ਸੁਖਦਾਈ ਸਤਿਗੁਰੂ ਜੀ ਹਨ। ਉਸ ਸਮੇਂ ਸਤਿਗੁਰੂ ਜੀ ਨਜ਼ਰ ਤਾਂ ਸਾਰਿਆਂ ਨੂੰ ਆ ਰਹੇ ਸਨ, ਪਰ ਨੇੜੇ ਹੋ ਕੇ ਛੋਹ ਪ੍ਰਾਪਤ ਨਹੀਂ ਸੀ ਹੋ ਸਕਦੀ। ਇਸ ਪ੍ਰਕਾਰ ਜਾਣ ਕੇ ਸਾਰੇ ਬਹੁਤ ਹੈਰਾਨ ਹੋ ਰਹੇ ਸਨ। ਸਭ ਜਗ੍ਹਾ 'ਤੇ ਦੀਪਮਾਲਾ ਹੋ ਰਹੀ ਸੀ। ਬਹੁਤ ਮਸ਼ਾਲਾਂ ਅਤੇ ਝਾੜ ਜਗ ਰਹੇ ਸਨ। ਕਿਤੇ ਅਤਰ ਫੁਲੇਲ ਦੀਆਂ ਧਾਰਾਂ ਪਾਉਂਦੇ ਸਨ, ਕਿਤੇ ਘਿਓ ਨੂੰ ਬਾਲ ਰਹੇ ਸਨ। ਦਿਨ ਵਾਂਗ ਸਾਰੇ ਵਿਸ਼ਾਲ ਪ੍ਰਕਾਸ਼ ਹੋਇਆ ਸੀ। ਸੰਘਣਾ ਹਨੇਰਾ ਚਾਰੇ ਪਾਸਿਆਂ ਤੋਂ ਅਲੋਪ ਹੋ ਗਿਆ ਸੀ। ਫਿਰ ਸਤਿਗੁਰੂ ਜੀ ਦੇ ਚੰਚਲ ਚਰਨ ਚਿਖਾ ਵਾਲੇ ਪਾਸੇ ਚੱਲ ਪਏ। ਸ਼ਸਤਰ ਵਸਤਰ ਸਾਰੇ ਭਲੀ ਪ੍ਰਕਾਰ ਸ਼ੋਭ ਰਹੇ ਸਨ। ਤਾਣੀ ਹੋਈ ਕਨਾਤ ਦਾ ਜਿੱਥੇ ਅੰਦਰ ਪ੍ਰਵੇਸ਼ ਕਰਨ ਵਾਲਾ ਦਰਵਾਜ਼ਾ ਸੀ, ਉੱਥੇ ਖੜੇ ਹੋ ਕੇ ਸਤਿਗੁਰੂ ਜੀ ਨੇ ਕਿਹਾ, ਜਦ ਚਿਖਾ ਉੱਪਰ ਜਾ ਕੇ ਬੈਠ ਜਾਵਾਂਗੇ ਤਾਂ ਸਾਰੇ ਪਰਿਕਰਮਾ ਕਰਕੇ ਬਾਅਦ ਵਿੱਚ ਅੱਗ ਨੂੰ ਬਾਲੋ ਤੇ ਨਮਸਕਾਰ ਕਰਦੇ ਹੋਏ ਬਾਹਰ ਚਲੇ ਜਾਓ। ਇਸ ਕਾਰਜ ਵਿੱਚ ਦੇਰ ਨਹੀਂ ਕਰਨੀ ਹੈ ਤੇ ਧੀਰਜ ਧਾਰ ਕੇ ਪਰਮੇਸ਼ਰ ਦਾ ਜਾਪ ਕਰੋ। ਇਸ ਪ੍ਰਕਾਰ ਕਹਿ ਕੇ ਕਿਰਪਾ ਨਿਧਾਨ ਸਤਿਗੁਰੂ ਜੀ ਉੱਥੇ ਪਹੁੰਚ ਗਏ ਜਿੱਥੇ ਚਿਤਾ ਵਾਲਾ ਸਥਾਨ ਸੀ। ਧਨੁੱਖ ਮੋਢੇ ਵਾਲੀ ਬੰਦੂਕ ਟਿਕਾਈ ਤੇ ਸੱਜੇ ਹੱਥ ਵਿੱਚ ਬਰਛੀ ਚੁੱਕ ਲਈ। ਪੇਸ਼ ਕਬਜ਼ ਬਰਛੀ ਕੁਹਾੜਾ ਸਾਰੇ ਸੁਧਾਰ ਕੇ ਕਮਰ ਕੱਸੇ ਵਿੱਚ ਧਰ ਲਏ। ਖੰਜਰ ਪੱਥਾ ਅਤੇ ਤਿੱਖੀ ਤਲਵਾਰ ਧਾਰ ਕੇ ਸ਼ੇਰ ਵਾਂਗ ਵੀਰ ਰਸ ਦਾ ਰੂਪ ਹੋ ਗਏ। ਕਦੇ ਵੀ ਦੀਨ ਨਾ ਹੋਣ ਵਾਲਾ ਭਾਵ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਮੁਖੜਾ ਅਤੇ ਨੈਣ ਖਿੜ ਉੱਠੇ। ਜਿਗਾ ਚਮਕਦੀ ਸੀ ਤੇ ਕਲਗੀ ਝੂਲਦੀ ਸੀ। ਉਸ ਸਮੇਂ ਮੁਖੜਾ ਚੰਦ ਵਰਗਾ ਹੋ ਗਿਆ ਤੇ ਸਾਰੇ ਸਿੱਖਾਂ ਨੇ ਚਕੋਰਾਂ ਵਾਂਗ ਉਧਰ ਆਪਣੇ ਨੈਣ ਜੋੜ ਲਏ। ਚਮਕਦੇ ਤੇਜ ਨੂੰ ਵੇਖ ਵੇਖ ਕੇ ਸਾਰੇ ਸਤਿਗੁਰੂ ਜੀ ਨੂੰ ਸੂਰਜ ਵਾਂਗ ਸਮਝਦੇ ਸਨ। ਕੰਵਲ ਨੈਣ ਖਿੜ ਜਾਣ ਨਾਲ ਸਾਰੇ ਬਹੁਤ ਹੈਰਾਨ ਹੋਏ। ਸਾਰਿਆਂ ਨੇ ਅੱਖਾਂ ਝਮਕਣ ਤੋਂ ਬਗੈਰ ਹੀ ਉਧਰ ਆਪਣੇ ਨੈਣ ਲਾਏ ਹੋਏ ਸਨ। ਬਹੁਤ ਚੰਦਨ ਅਤੇ ਅਗਰ ਆਦਿ ਪਾਇਆ ਸੀ। ਵਿਸ਼ਾਲ ਬਲਦੀ ਹੋਈ ਚਿਖਾ ਨੂੰ ਸਾਰਿਆਂ ਨੇ ਵੇਖਿਆ। ਗੁਰੂ ਜੀ ਉਸ ਚਿਖਾ ਦੇ ਉੱਪਰ ਬੈਠ ਗਏ। ਚਾਰੇ ਪਾਸੇ ਜਿੱਥੇ ਬਹੁਤ ਬਾਲਣ ਆਦਿ ਪਿਆ ਸੀ। ਫਿਰ ਸਤਿਗੁਰੂ ਜੀ ਨੇ ਸਿੱਖਾਂ ਨੂੰ ਆਗਿਆ ਕੀਤੀ ਤੇ ਉਹਨਾਂ ਨੂੰ ਆਪਣੇ ਦੇਸ਼ਾਂ ਨੂੰ ਚਲੇ ਜਾਣ ਵਾਸਤੇ ਕਿਹਾ। ਇੱਕ ਭਾਈ ਸੰਤੋਖ ਸਿੰਘ ਜੀ ਇੱਥੇ ਰਹੇ। ਗੁਰੂ ਜੀ ਸੰਤੋਖ ਸਿੰਘ ਜੀ ਨੂੰ ਕਿਰਪਾ ਸਹਿਤ ਕਹਿਣ ਲੱਗੇ, ਇਸ ਥਾਂ ਰਹਿ ਕੇ ਲੰਗਰ ਚਲਾਓ। ਜਿਹੜਾ ਸ਼ਰਧਾ ਸਹਿਤ ਸਿੰਘ ਆਵੇ ਉਸ ਨੂੰ ਇੱਥੇ ਟਿਕਾਓ। ਅਸੰਖਾਂ ਦੀ ਗਿਣਤੀ ਵਿੱਚ ਜਿਹੜਾ ਇੱਥੇ ਧਨ ਆਵੇਗਾ ਉਸ ਤੋਂ ਇੱਥੇ ਕਿਸੇ ਗੁਰਦੁਆਰੇ ਆਦਿ ਦੀ ਚਿਣਵਾਈ ਨਾ ਕਰਵਾਉਣਾ। ਸਾਰਾ ਧਨ ਲੰਗਰ ਉੱਪਰ ਹੀ ਖਰਚ ਕਰ ਦੇਣਾ ਤੇ ਕੜਾਹ ਪ੍ਰਸ਼ਾਦ ਆਦਿ ਤਿਆਰ ਕਰਵਾਉਣਾ। ਜਿਹੜਾ ਇੱਥੇ ਭਵਨ ਦੀ ਉਸਾਰੀ ਕਰਵਾਏਗਾ ਉਸ ਦੀ ਕੁੱਲ ਗਲ ਜਾਏਗੀ। ਇਸ ਕਰਕੇ ਸਾਡੀ ਕਹੀ ਹੋਈ ਗੱਲ ਨੂੰ ਭੁੱਲਣਾ ਨਹੀਂ। ਤਦ ਭਾਈ ਸੰਤੋਖ ਸਿੰਘ ਜੀ ਨੇ ਹੱਥ ਜੋੜ ਕੇ ਕਿਹਾ, ਇਸ ਪਾਸੇ ਕਿਸੇ ਪ੍ਰਕਾਰ ਦੀ ਸਿੱਖ ਸੰਗਤ ਨਹੀਂ ਹੈ। ਕਿਸੇ ਪਾਸੋਂ ਧਨ ਲੈ ਕੇ ਲੰਗਰ ਚਲਾਵਾਂਗਾ। ਜਿਹੜਾ ਇੱਥੇ ਸਿੰਘ ਰਹੇਗਾ ਉਹ ਕਿਸ ਪਾਸੋਂ ਖਾਵੇਗਾ। ਸਤਿਗੁਰੂ ਜੀ ਨੇ ਫਿਰ ਆਪਣੇ ਮੁਖ ਤੋਂ ਧੀਰਜ ਦਿੱਤਾ, ਇਹ ਦੇਸ਼ ਸਿੰਘਾਂ ਤੋਂ ਬਗੈਰ ਨਹੀਂ ਰਹੇਗਾ। 1-2 ਟੋਲੇ ਇੱਥੇ ਬਣਨਗੇ ਤੇ ਇੱਥੇ ਸੰਪੂਰਨ ਲੰਗਰ ਚੱਲੇਗਾ। ਇੱਥੇ ਲੰਗਰ ਪਕਵਾ ਕੇ ਵਰਤਾ ਦਿਓ। ਧਨ ਦੀ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ। ਇਸ ਪ੍ਰਕਾਰ ਕੇ ਸੁਣ ਕੇ ਸਾਰਿਆਂ ਨੇ ਸਿਰ ਨਿਵਾਏ। ਫਿਰ ਚਾਰੇ ਪਾਸੇ ਘੁੰਮ ਕੇ ਪਰਿਕਰਮਾ ਕੀਤੀਆਂ। ਜਲਦੀ ਅਗਨੀ ਨੂੰ ਫਿਰ ਬਹੁਤ ਤੇਜ਼ ਕੀਤਾ। ਫਿਰ ਸਾਰੇ ਤੁਰੰਤ ਬਾਹਰ ਨਿਕਲ ਆਏ। ਜਦ ਕਨਾਤ ਦਾ ਦਰਵਾਜ਼ਾ ਛੱਡ ਕੇ ਆਏ ਤਦ ਕੰਨਾਂ ਵਿੱਚ
ਬਹੁਤ ਉੱਚੀ ਆਵਾਜ਼ ਸੁਣਾਈ ਦਿੱਤੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਰ-ਬਾਰ ਸੁੱਖ ਵਿੱਚ ਰੰਗੇ ਹੋਏ ਬੋਲ ਰਹੇ ਸਨ। ਤਦ ਵੀ ਪ੍ਰਚੰਡ ਅਗਨੀ, ਜਿਹੜੀ ਉਸ ਸਮੇਂ ਭਿਆਨਕ ਰੂਪ ਧਾਰ ਚੁੱਕੀ ਸੀ, ਗੁਰੂ ਜੀ ਦੇ ਸਰੀਰ ਦੇ ਨੇੜੇ ਜਾ ਕੇ ਵੀ ਉਸਨੇ ਸਪਰਸ਼ ਨਾ ਕੀਤਾ। ਤਦ ਸਤਿਗੁਰੂ ਜੀ ਨੇ ਸਮਾਧੀ ਲਾਈ ਤੇ ਆਪਣੀ ਇੱਛਾ ਅਨੁਸਾਰ ਬ੍ਰਹਮ ਰੰਧਰ ਦੇ ਰਸਤੇ ਆਤਮਾ ਨੂੰ ਸਰੀਰ ਤੋਂ ਵੱਖ ਕਰ ਲਿਆ। ਫਿਰ ਆਕਾਸ਼ ਉੱਪਰ ਚੜ੍ਹ ਕੇ ਆਪਣਾ ਮਾਰਗ ਫੜਿਆ। ਉੱਥੇ ਖੜੇ ਮਨੁੱਖ ਹਾਏ ਹਾਏ ਪੁਕਾਰ ਰਹੇ ਸਨ। ਉਸ ਸਮੇਂ ਜੈ ਜੈ ਸ਼ਬਦ ਆਕਾਸ਼ ਵਿੱਚ ਹੋਇਆ। ਸਾਰਿਆਂ ਸਿੰਘਾਂ ਨੇ ਆਪਣੇ ਕੰਨਾਂ ਨਾਲ ਸੁਣਿਆ, ਪਰ ਅੱਖਾਂ ਨਾਲ ਕੁਝ ਨਾ ਵੇਖਿਆ। ਦੇਵਤਿਆਂ ਦੇ ਫਿਰ ਬਹੁਤ ਨਗਾਰੇ ਵੱਜੇ। ਸਾਰੇ ਸੁਣ ਰਹੇ ਸਨ। ਇੰਜ ਲੱਗਦਾ ਸੀ ਜਿਵੇਂ ਬੱਦਲ ਗੱਜ ਰਹੇ ਹੋਣ। ਇੱਕ ਵਾਰ ਵਿਸ਼ਾਲ ਗੂੰਜ ਪੈ ਗਈ, ਜਿਵੇਂ ਬੱਦਲਾਂ ਦੀ ਇੱਕ ਲੜੀ ਬਹੁਤ ਮਿੱਠੀ ਆਵਾਜ਼ ਵਿੱਚ ਗੱਜ ਰਹੀ ਹੋਵੇ। ਆਕਾਸ਼ ਵਿੱਚ ਮਹਾਨ ਪ੍ਰਕਾਸ਼ ਹੋਇਆ। ਲਾਲ ਰੰਗ ਸਭ ਨੂੰ ਦਿਖਾਈ ਦਿੱਤਾ। ਜਿਵੇਂ ਬਹੁਤ ਵਰਖਾ ਕਰਕੇ ਬੱਦਲ ਹਟ ਜਾਂਦੇ ਹਨ ਤੇ ਸਾਵਨ ਦੀ ਸ਼ਾਮ ਹੋਣ ਸਮੇਂ ਪਾਟ ਜਾਂਦੇ ਹਨ। ਜਲ ਸਹਿਤ ਸੂਰਜ ਦੀਆਂ ਕਿਰਨਾਂ ਦਾ ਰੰਗ ਲਾਲ ਹੋ ਜਾਂਦਾ ਹੈ। ਉਸ ਵਿਧੀ ਅਨੁਸਾਰ ਆਕਾਸ਼ ਵਿੱਚ ਪੀਲਾ ਜਾਂ ਲਾਲ ਰੰਗ ਦਿਖਾਈ ਦਿੱਤਾ। ਵਿਮਾਨਾਂ ਦੀ ਬਹੁਤ ਭੀੜ ਲੱਗ ਗਈ। ਗੁਰੂ ਜੀ ਦੇ ਆਉਣ ਬਾਰੇ ਸਾਰਿਆਂ ਨੇ ਜਾਣ ਲਿਆ। ਸਾਰੇ ਦੇਵਤੇ ਇਕੱਠੇ ਹੋ ਕੇ ਉੱਥੇ ਪਹੁੰਚੇ। ਉਹ ਜੈ ਜੈ ਦੀ ਧੁਨੀ ਕਰਕੇ ਰੌਲਾ ਪਾਉਂਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿ ਦੇਵਤਿਆਂ ਦੇ ਬਹੁਤ ਸਮੂਹ ਮਿਲੇ ਤੇ ਕਹਿਣ ਲੱਗੇ, ਧੰਨ ਸਤਿਗੁਰੂ ਜੀ, ਸਾਰੇ ਕਾਰਜ ਕਰ ਆਏ ਹਨ। ਕੁੱਲ ਦੁਸ਼ਟਾਂ ਨੂੰ ਆਪਣੀ ਸ਼ਕਤੀ ਨਾਲ ਦੂਰ ਕਰ ਦਿੱਤਾ ਹੈ। ਬ੍ਰਹਮਾ, ਸ਼ਿਵ ਜੀ, ਇੰਦਰ ਸਮੇਤ ਸਾਰੇ ਆ ਕੇ ਮਿਲੇ। ਨਾਰਦ ਵੀਣਾ ਲੈ ਕੇ ਗਾ ਰਿਹਾ ਸੀ। ਗੁਰੂ ਨਾਨਕ ਦੇਵ ਜੀ ਦੀ ਪਦਵੀ ਬਹੁਤ ਸੁੱਖਾਂ ਵਾਸਤੇ ਹੈ। ਹੋਰ ਅਗਨੀ ਦੇਵਤਾ ਆਦਿ ਸਾਰੇ ਆਏ ਤੇ ਦੇਵਤਾਂ ਦੀਆਂ ਪਤਨੀਆਂ ਤਾਂ ਖੁਸ਼ੀ ਦਾ ਘਰ ਹੋ ਗਈਆਂ, ਭਾਵ ਬਹੁਤ ਪ੍ਰਸੰਨ ਹੋਈਆਂ। ਅਨੇਕਾਂ ਤਰ੍ਹਾਂ ਦੇ ਅਦਬ ਸਤਕਾਰ ਤੇ ਗੁਣਾਂ ਵਾਲੇ ਕੌਤਕ ਕਈ ਦੇਵਤੇ ਤਾਂ ਕਰ ਰਹੇ ਸਨ ਤੇ ਕਈ ਵੇਖ ਰਹੇ ਸਨ, ਪਰ ਉਹਨਾਂ ਕੌਤਕਾਂ ਵਿੱਚ ਅਨੇਕ ਪ੍ਰਕਾਰ ਦੇ ਵਿਵੇਕ ਦੇ ਇਸ਼ਾਰੇ ਸਨ। ਕਹਿੰਦੇ ਸਨ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਬੰਦਨਾਯੋਗ ਹਨ, ਜਿਨ੍ਹਾਂ ਕਰਕੇ ਸਾਰੇ ਦੁੱਖ ਦੂਰ ਹੁੰਦੇ ਹਨ। ਇੱਕ ਨਵੇਂ ਪੰਥ ਦੀ ਰਚਨਾ ਕੀਤੀ ਹੈ, ਸ਼ੁਭ ਗ੍ਰੰਥ ਤਿਆਰ ਕੀਤਾ ਹੈ ਤੇ ਬਹੁਤ ਵੈਰੀਆਂ ਨੂੰ ਮਾਰ ਖਪਾਇਆ ਹੈ ਤੇ ਬੜਾ ਸੁੱਖ ਇਕੱਠਾ ਕਰ ਲਿਆ ਹੈ। ਕਿਰਪਾਲੂ ਸਤਿਗੁਰੂ ਜੀ ਦਾ ਸਦਾ ਵਿਸ਼ਾਲ ਤੇਜ ਹੈ। ਮੁਖੜਾ ਇੰਜ ਚਮਕ ਰਿਹਾ ਹੈ ਮਾਨੋ ਕਮਲ ਦਾ ਫੁੱਲ ਖਿੜਿਆ ਹੈ। ਬਹੁਤ ਹਿੰਦੂਆਂ ਦੀ ਲਾਜ ਰੱਖੀ ਹੈ। ਤੁਰਕਾਂ ਦੇ ਪ੍ਰਤਾਪ ਨੂੰ ਰੱਤੀ ਕੋ ਭਰ ਗੁੱਸੇ ਨਾਲ ਖਪਾ ਦਿੱਤਾ ਹੈ। ਦੇਵਤਿਆਂ ਵਿੱਚ ਵੱਡਾ ਕੋਲਾਹਲ ਮਚਿਆ ਹੋਇਆ ਸੀ ਤੇ ਦੇਵਤਿਆਂ ਦੀਆਂ ਬਹੁਤ ਪਤਨੀਆਂ ਨੱਚ ਰਹੀਆਂ ਸਨ। ਸਾਰਿਆਂ ਨੇ ਆਨੰਦ ਮੰਗਲ ਧਾਰਨ ਕੀਤਾ ਹੋਇਆ ਸੀ ਤੇ ਬਹੁਤ ਉੱਚੀ ਉੱਚੀ ਜੈ ਜੈ ਬੋਲਦੇ ਸਨ। ਬਹੁਤ ਮਿਰਦੰਗ ਅਤੇ ਸਾਰੰਗੀਆਂ ਵੱਜ ਰਹੀਆਂ ਸਨ। ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸਨ ਤੇ ਧੰਨ ਗੁਰੂ ਜੀ ਕਹਿ ਕੇ ਖੁਸ਼ੀ ਵਿੱਚ ਨੱਚਦੇ ਸਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਦਾ ਆਦਰ ਕਰਨ ਵਾਸਤੇ ਦੇਵਤੇ ਇਕੱਠੇ ਹੋਏ ਸਨ। ਸਤਿਗੁਰੂ ਜੀ ਨੇ ਸਾਰਿਆਂ ਨੂੰ ਵੇਖਿਆ ਤਾਂ ਉਹਨਾਂ ਨੂੰ ਮਿਲ ਕੇ ਭਲੀ ਪ੍ਰਕਾਰ ਉਹਨਾਂ ਦੇ ਚਿੱਤ ਅਨੁਸਾਰ ਰੀਤੀ ਕੀਤੀ। ਉਤਸ਼ਾਹ ਭਰਪੂਰ ਬਹੁਤ ਕੌਤਕ ਹੋਏ। ਇਸ ਪ੍ਰਕਾਰ ਆਪਸ ਵਿੱਚ ਪ੍ਰਸੰਨ ਹੋ ਕੇ ਚੱਲ ਪਏ। ਇਸ ਪ੍ਰਕਾਰ ਦੇਵ ਲੋਕ ਦੇਵਤਿਆਂ ਨੇ ਬਹੁਤ ਵੱਡਾ ਉਤਸਵ ਕੀਤਾ। ਦਰਵਾਜ਼ੇ ਦਰਵਾਜ਼ੇ ਸਭ ਸਥਾਨਾਂ 'ਤੇ ਬਹੁਤ ਆਨੰਦ ਮੰਗਲ ਹੋਇਆ। ਕਨਾਤ ਵਿੱਚ ਦਰਵਾਜ਼ੇ ਵਾਲਾ ਥਾਂ ਛੱਡ ਕੇ ਸਿੰਘ ਬਾਹਰ ਆ ਕੇ ਇਕੱਠੇ ਹੋ ਕੇ ਬੈਠ ਗਏ ਤੇ ਉਹਨਾਂ ਨੇ ਨੈਣਾਂ ਵਿੱਚੋਂ ਬਹੁਤ ਜਲ ਬਹਾਇਆ। ਫਿਰ ਸਤਿਗੁਰੂ ਜੀ ਦੀ ਮਿੱਠੀ ਮੂਰਤ ਦਾ ਧਿਆਨ ਧਰ ਆਪਣੇ ਮਨਾਂ ਨੂੰ ਠਹਿਰਾਇਆ। ਸਾਰੇ ਗੁਰੂ ਜੀ ਦੇ ਭਲੇ ਗੁਣਾਂ ਨੂੰ ਯਾਦ ਕਰਦੇ ਸਨ। ਸ਼ੁਭ ਸ਼ੀਲ ਕਹਿ ਕੇ ਸ਼ਲਾਘਾ ਕਰਦੇ ਸਨ, ਜਿਹੜੇ ਵੱਡੇ ਦਾਈਏ ਵਾਲੇ ਸਨ। ਹੇ ਸਤਿਗੁਰੂ ਜੀ, ਅਸੀਂ ਸਾਰੇ ਪੰਜਾਬ ਦੇ ਸਿੰਘ ਹਾਂ। ਹੁਣ ਸਾਡਾ ਇੱਥੇ ਆਸਰਾ ਕੌਣ ਹੈ? ਹੁਣ ਨਿੱਤ ਕਿਸ ਦੇ ਨੇੜੇ ਹੋ ਕੇ ਖਲੋਈਏ? ਹੁਣ ਸ਼ਾਮ ਸਵੇਰੇ ਕਿਸ ਨੂੰ ਵੇਖੀਏ? ਆਪ ਜੀ ਦੇ ਮੁਖ ਤੋਂ ਬਗੈਰ ਹੁਣ ਸੁੰਦਰ ਆਵਾਜ਼ ਵਿੱਚ ਕਿਸ ਪਾਸੋਂ ਉਪਦੇਸ਼ ਸੁਣੀਏ? ਹੁਣ ਕਿਸ ਨੂੰ ਵੇਖ ਕੇ ਆਨੰਦ ਪਾਈਏ? ਹੁਣ ਦੋਹਾਂ ਲੋਕਾਂ ਵਿੱਚ ਕਿਸ ਉੱਪਰ ਵੱਡਾ ਵਿਸ਼ਵਾਸ ਕਰੀਏ? ਨੈਣਾਂ ਵਿੱਚੋਂ ਜਲ ਵਗਦਾ ਹੈ। ਸੋਚ ਕੇ ਮੂੰਹ ਨੀਵੇਂ ਕਰਦੇ ਹਨ ਤੇ ਹਿਰਦੇ ਵਿੱਚ ਚਿੰਤਾ ਹੈ। ਇੱਕ ਦੇ ਨਾਲ ਦੂਸਰਾ ਨਹੀਂ ਬੋਲਦਾ ਹੈ। ਇੱਥੋਂ ਤੱਕ ਕਿ
ਕੋਈ ਵੇਖਣ ਵਾਸਤੇ ਵੀ ਦ੍ਰਿਸ਼ਟੀ ਨਹੀਂ ਚਲਾਉਂਦਾ ਹੈ। ਜਿਵੇਂ ਬਹੁਤ ਨਾਗਾਂ ਦੀ ਇੱਕ ਮਣੀ ਹੋਵੇ ਜਿਹੜੀ ਅਲੋਪ ਹੋ ਗਈ ਹੋਵੇ ਤੇ ਫਿਰ ਮੁੜ ਕੇ ਪ੍ਰਾਪਤ ਨਾ ਹੋਈ ਹੋਵੇ। ਅਸੀਂ ਮਾੜੇ ਭਾਗਾਂ ਵਾਲਿਆਂ ਨੇ ਵਿਛੋੜਾ ਬਰਦਾਸ਼ਤ ਕੀਤਾ ਹੈ, ਆਪਣੇ ਸਰੀਰ ਛੱਡ ਕੇ ਗੁਰੂ ਜੀ ਨਾਲ ਨਹੀਂ ਚੱਲੇ ਹਾਂ। ਪਤੰਗਿਆਂ ਦੀ ਪ੍ਰੀਤ ਵੇਖੋ, ਇੱਕ ਛਿਣ ਵਿੱਚ ਪ੍ਰਕਾਸ਼ ਵੇਖ ਕੇ ਸਰੀਰ ਵਾਰ ਦਿੰਦਾ ਹੈ। ਹਿਰਨ ਘੰਟੀ ਦੀ ਆਵਾਜ਼ ਸੁਣ ਕੇ ਹਿਰਦੇ ਵਿੱਚ ਬਹੁਤ ਪ੍ਰਸੰਨ ਹੁੰਦਾ ਹੈ ਤੇ ਇਸ ਪ੍ਰਕਾਰ ਹਿਰਨ ਆਪਣਾ ਨਾਸ਼ ਕਰਵਾ ਲੈਂਦਾ ਹੈ। ਇੱਕ ਸੁਗੰਧੀ ਨਾਲ ਅੰਨਾ ਹੋਇਆ ਭੌਰਾ ਆਨੰਦ ਵਿੱਚ ਆ ਕੇ ਕਮਲ ਫੁੱਲ ਦੇ ਉੱਤੋਂ ਉੱਠਦਾ ਨਹੀਂ ਤੇ ਰਾਤ ਨੂੰ ਉਸ ਦੀ ਲਪੇਟ ਵਿੱਚ ਆਇਆ ਉੱਥੇ ਹੀ ਫਸ ਕੇ ਮਰ ਜਾਂਦਾ ਹੈ। ਮੱਛੀ ਸਦਾ ਜਲ ਵਿੱਚ ਰਹਿੰਦੀ ਹੈ, ਪਰ ਜਲ ਤੋਂ ਵਿਛੜਦੀ ਹੈ ਤਾਂ ਮਰ ਜਾਂਦੀ ਹੈ। ਐਸਾ ਵਿਸ਼ੇਸ਼ ਪ੍ਰੇਮ ਉਸ ਪਾਸ ਹੈ। ਇਹ ਜੀਵ ਜੰਤੂ ਕੈਸੇ ਮਹਾਮਲੀਨ ਹਨ, ਪ੍ਰੇਮ ਵਾਸਤੇ ਆਪਣੀ ਜਾਨ ਦੇ ਦਿੰਦੇ ਹਨ। ਸਾਡਾ ਤਨ ਮਨੁੱਖ ਦਾ ਹੈ, ਸਾਰੇ ਮਨ ਵਿੱਚ ਲਾਭ ਹਾਣ ਜਾਣਦੇ ਹਾਂ। ਸਤਿਗੁਰੂ ਜੀ ਦੀ ਪ੍ਰੀਤ ਸਦਾ ਸੁਖਦਾਈ ਹੈ, ਇਹ ਦੋਵਾਂ ਲੋਕਾਂ ਵਿੱਚ ਕਲਿਆਣ ਕਰਦੀ ਹੈ। ਇਸ ਕਰਕੇ ਅਸੀਂ ਮਹਾਤਮ ਜਾਣ ਕੇ ਪ੍ਰੇਮ ਦਾ ਨਿਰਵਾਹ ਨਾ ਕੀਤਾ, ਅਣਜਾਣ ਬਣੇ ਰਹੇ। ਪੱਥਰ ਤੋਂ ਵੀ ਸਖਤ ਸਾਡਾ ਦਿਲ ਹੈ, ਜਿਨ੍ਹਾਂ ਨੇ ਆਪਣੇ ਪ੍ਰੀਤਮ ਦਾ ਵਿਛੋੜਾ ਸਹਾਰਿਆ ਹੈ, ਜਿਸ ਤੋਂ ਬਗੈਰ ਲੇਸ਼ ਮਾਤਰ ਵੀ ਸੁੱਖ ਨਹੀਂ। ਪ੍ਰਭੂ ਜੀ ਦੋਵਾਂ ਲੋਕਾਂ ਦੇ ਮਾਲਕ ਹਨ, ਉਹਨਾਂ ਤੋਂ ਬਗੈਰ ਦੀਨ ਬਣ ਕੇ ਬੈਠ ਰਹੇ ਹਾਂ। ਉਹਨਾਂ ਦੇ ਨਾਲ ਨਹੀਂ ਗਏ ਜਿਹੜੇ ਵੱਡੇ ਨਾਥ ਹਨ। ਮੁਰਝਾਏ ਹੋਏ ਮੂਰਤੀਆਂ ਬਣ ਕੇ ਬੈਠੇ ਹਾਂ ਤੇ ਸਾਡੇ ਅੰਗ ਅਡੋਲ ਇਕਸਾਰ ਬੈਠੇ ਹਨ। ਸਤਿਗੁਰੂ ਜੀ ਦੀ ਆਗਿਆ ਦੇ ਵਸ ਹੋ ਕੇ ਸਵੇਰ ਤੱਕ ਸਿੰਘ ਚਾਰੇ ਪਾਸੇ ਖੜੇ ਰਹੇ। ਇੱਕ ਸੇਵਕ ਘੋੜਿਆਂ ਵਿੱਚ ਗਿਆ। ਉਸਨੇ ਉੱਥੇ ਕੁਮੈਤ ਨਾਮ ਦਾ ਘੋੜਾ ਨਾ ਵੇਖਿਆ। ਘੋੜੇ ਦੇ ਅਗਲੇ ਪਿਛਲੇ ਰੱਸੇ ਖੁੱਲ੍ਹੇ ਸਨ ਤੇ ਉਹ ਰੱਸੇ ਉਸ ਥਾਂ ਹੀ ਪਏ ਹੋਏ ਉਸਨੇ ਵੇਖੇ। ਕਿਹੜੇ ਥਾਂ ਰਾਹੀਂ ਲੰਘ ਕੇ ਚਲੇ ਗਿਆ ਹੈ? ਇਹ ਦਰਵਾਜ਼ੇ ਤਾਂ ਪੂਰੀ ਤਰ੍ਹਾਂ ਬੰਦ ਰਹੇ ਹਨ। ਉਸ ਸੇਵਕ ਨੇ ਆ ਕੇ ਸਾਰੇ ਸਿੰਘਾਂ ਨੂੰ ਸੁਣਾਇਆ, ਕੁਮੈਤ ਨਾਮ ਦਾ ਘੋੜਾ ਆਪਣੇ ਸਥਾਨ ਵਿਖੇ ਨਹੀਂ ਹੈ, ਕਾਠੀ ਪਾ ਕੇ ਪੂਰੀ ਤਰ੍ਹਾਂ ਤਿਆਰ ਕੀਤਾ ਹੈ। ਉਸ ਉੱਪਰ ਆਪ ਚੜ੍ਹ ਕੇ ਚਲੇ ਗਏ ਹਨ। ਕੰਨਾਂ ਨਾਲ ਸੁਣ ਕੇ ਤੇ ਵੇਖ ਕੇ ਬਹੁਤ ਹੈਰਾਨ ਹੋਏ। ਇੱਕ ਘੋੜਾ ਨਹੀਂ ਜਿਸ ਨਾਲ ਬਹੁਤ ਪਿਆਰ ਕਰਦੇ ਸਨ। ਹੋਰ ਖੜੇ ਘੋੜੇ ਵੀ ਅਥਰੂ ਕੇਰ ਰਹੇ ਹਨ। ਹਿਰਦੇ ਵਿੱਚ ਸੰਦੇਹ ਹੋਇਆ ਹੈ, ਹੁਣ ਕੀ ਜਾਣੀਏ। 2 ਘੜੀਆਂ ਜਦ ਦਿਨ ਚੜ੍ਹੇ ਨੂੰ ਹੋ ਗਈਆਂ, ਚਿੱਤ ਵਿੱਚ ਸੋਚ ਬਹੁਤ ਦੁੱਖ ਪਾ ਰਹੇ ਸਨ। ਇੱਕ ਲੱਕੜਾਂ ਲਿਆਉਣ ਵਾਲਾ ਸੀ, ਉਸਨੇ ਗੁਰੂ ਜੀ ਨੂੰ ਬਾਹਰ ਵੇਖਿਆ ਸੀ। ਉਹ ਫਿਰ ਸਿੰਘਾਂ ਵਿੱਚ ਆ ਗਿਆ, ਜਿੱਥੇ ਸਾਰੇ ਸਿੰਘ ਦੁੱਖ ਸਹਿਤ ਹਿਰਦੇ ਲੈ ਕੇ ਇਕੱਠੇ ਹੋ ਕੇ ਬੈਠੇ ਸਨ। ਉਸਨੇ ਵੇਖ ਕੇ ਖੜੇ ਹੋ ਕੇ ਸੁਨੇਹਾ ਦਿੱਤਾ, ਮੈਨੂੰ ਗੁਰੂ ਜੀ ਇੱਕ ਦੂਰ ਸਥਾਨ 'ਤੇ ਮਿਲੇ ਹਨ। ਸਤਿਗੁਰੂ ਜੀ ਨੇ ਮੁਖ ਤੋਂ ਫਰਮਾਇਆ ਹੈ, ਸਾਰੇ ਸਿੰਘਾਂ ਨੂੰ ਸਮਝਾ ਕੇ ਕਹੋ, ਘੋੜਾ ਸਾਡੇ ਪਾਸ ਆ ਗਿਆ ਹੈ। ਇਹ ਬਹੁਤ ਬਲਵਾਨ ਅਤੇ ਚੰਚਲ ਸਵਾਰੀ ਹੈ। ਚਿੱਤ ਵਿੱਚ ਕਿਸੇ ਪ੍ਰਕਾਰ ਦਾ ਦੁੱਖ ਨਾ ਮਨਾਓ। ਸਤਿਨਾਮ ਦਾ ਜਾਪ ਕਰੋ, ਜਿਹੜਾ ਅੰਤ ਸਮੇਂ ਸਹਾਇਕ ਹੋਵੇਗਾ। ਇਸ ਪ੍ਰਕਾਰ ਕਹਿ ਕੇ ਪ੍ਰਭੂ ਜੀ ਚਲੇ ਗਏ। ਗੁਰੂ ਜੀ ਬਾਰੇ ਗੱਲ ਸੁਣ ਕੇ ਸਾਰੇ ਬਹੁਤ ਹੈਰਾਨ ਹੋਏ। ਸੰਮਤ 1700 ਬੀਤੀ। ਫਿਰ 65 ਪਹਿਚਾਣੋ। ਕੱਤਕ ਸ਼ੁਦੀ ਪੰਚਵੀਂ ਵਾਲੇ ਦਿਨ ਗੁਰੂ ਜੀ ਸੱਚਖੰਡ ਚਲੇ ਗਏ। ਸਤਿਗੁਰੂ ਜੀ ਆਪਣੇ ਘੋੜੇ ਨੂੰ ਆਪਣੇ ਨਾਲ ਲੈ ਗਏ, ਜਿਹੜੇ ਪ੍ਰਗਟ ਰੂਪ ਵਿੱਚ ਵੱਡੇ ਸੂਰਬੀਰ ਗੁਰੂ ਜੀ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।